subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ 2021 ਦੇ ਵਿੱਚ ਇਹ ਸੋਚਿਆ ਸੀ ਕਿ ਜਦੋਂ 2021 ਆਊਗਾ ਸ਼ਾਇਦ ਕਰੋਨਾ ਦੀ ਥੋੜਾ ਘਟ ਜੂਗੀਆਂ, ਖਬਰਾਂ ਘਟ ਜਾਣਗੀਆਂ, ਕਿਉਂਕਿ ਸਾਨੂੰ ਇਹ ਉਮੀਦ ਸੀ ਕਿ ਵੈਕਸੀਨ ਲੱਗਣੀ ਸ਼ੁਰੂ ਹੋ ਜਾਊਗੀ। ਹੋ ਗਈ ਹੈ, ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਲੱਗ ਚੁੱਕੀ ਹੈ। ਜੇ ਅਸੀਂ ਬ੍ਰਿਟੇਨ ਦੀ ਗੱਲ ਕਰੀਏ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 1.3 ਮਿਲੀਅਨ ਲੋਕਾਂ ਨੂੰ ਜਿਹੜੀ ਇਹ ਵੈਕਸੀਨ ਉੱਥੇ ਲੱਗ ਚੁੱਕੀ ਹੈ। ਕੈਨੇਡਾ ਦੇ ਵਿੱਚ ਵੀ ਲੱਗ ਰਹੀ ਹੈ, ਪਰ ਕੇਸ ਹਜੇ ਵੀ ਵੱਧ ਰਹੇ ਨੇ ਕਿਉਂਕਿ ਨਵਾਂ ਵੇਰੀਐਂਟ ਅਸੀਂ ਪਿਛਲੇ ਦਿਨ ਹੀ ਸੁਣਿਆ ਕਿ ਨਵਾਂ ਵੇਰੀਐਂਟ ਜਿਹੜਾ ਬ੍ਰਿਟੇਨ ਤੋਂ ਆਇਆ 41 ਕੰਟਰੀਜ਼ ਦੇ ਵਿੱਚ ਫੈਲ ਚੁੱਕਿਆ। ਕੈਨੇਡਾ ਦੇ ਵਿੱਚ ਵੀ ਉਹਦੇ ਕੇਸ ਮਿਲੇ ਹੈਗੇ ਨੇ, US ਦੇ ਵਿੱਚ ਵੀ ਉਹਦੇ ਕੇਸ ਮਿਲੇ ਨੇ ਤੇ 41 ਕੰਟਰੀਆਂ ਦੇ ਵਿੱਚ ਉਹ ਕੇਸ ਜਾ ਚੁੱਕੇ ਨੇ। ਹੁਣ ਇਹ ਕਿੰਨਾ ਕੁ ਭਿਆਨਕ ਹੋਣ ਵਾਲਾ ਆਉਣ ਵਾਲਾ ਸਾਲ, ਜਿੱਥੇ ਵੈਕਸੀਨ ਦੀ ਗੱਲ ਹੋ ਰਹੀ ਹੈ, ਕੀ ਇਹ ਵੇਰੀਐਂਟ ਦੇ ਲਈ ਵੀ ਇਹ ਵੈਕਸੀਨ ਕਾਰਗਰ ਹੈ ਜਾਂ ਨਹੀਂ ਹੈ, ਇਸ ਬਾਰੇ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ। ਤੇ ਨਾਲ ਅਸੀਂ ਗੱਲ ਕਰਾਂਗੇ ਕਿ ਵੇਰੀਐਂਟ ਤੋਂ ਬਾਅਦ ਹੁਣ ਅੱਗੇ ਭਵਿੱਖ ਕੀ ਹੋਣ ਵਾਲਾ ਹੈ, ਸਾਨੂੰ ਕੀ ਕੁਝ ਕਰਨਾ ਚਾਹੀਦਾ, ਕੀ ਹੋਰ ਗਾਈਡਲਾਈਨਸ ਆ ਰਹੀਆਂ ਨੇ, ਕਿਉਂਕਿ BC ਦੇ ਵਿੱਚ ਕਿਹਾ ਜਾ ਰਿਹਾ ਕਿ ਫਰਵਰੀ ਤੱਕ ਜਾਂ ਮਾਰਚ ਤੱਕ 1.5 ਲੱਖ ਲੋਕਾਂ ਨੂੰ ਜਿਹੜੀ ਵੈਕਸੀਨ ਉਹ ਲੱਗ ਜਾਣੀ ਹੈ। ਸੋ ਅਲੱਗ-ਅਲੱਗ ਪ੍ਰੋਵਿੰਸਸ ਨੇ ਅਲੱਗ-ਅਲੱਗ ਜਿਹੜੇ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਬਾਰੇ ਦੱਸਿਆ ਕਿ ਕਿੰਨੇ ਲੋਕਾਂ ਨੂੰ ਵੈਕਸੀਨ ਲੱਗ ਜਾਏਗੀ। ਪਰ ਹੁਣ ਇੱਥੇ ਇਹ ਗੱਲ ਵੀ ਆਉਂਦੀ ਹੈ ਕਿ ਦੂਸਰੀ ਡੋਜ਼ ਜਿਹੜੀ ਆਉਣੀ ਆ ਉਹ ਕਦੋਂ ਆਉਣੀ ਹੈ। ਕੈਨੇਡਾ ਵਾਲੇ ਉਸ ਪਾਸੇ ਵੀ ਵਿਚਾਰ ਕਰ ਰਹੇ ਨੇ ਕਿ ਦੂਸਰੀ ਡੋਜ਼ ਕਿਸ ਤਰ੍ਹਾਂ ਆਵੇਗੀ। ਸੋ ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਅੱਜ, ਤੇ ਸਵਾਗਤ ਕਰ ਲੈਂਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਦਾ। ਡਾਕਟਰ ਪੁਰਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ਜੀਤ ਤੇ ਸਾਰੇ ਦੇਖਣ ਵਾਲਿਆਂ ਨੂੰ। ਪਹਿਲਾਂ ਤਾਂ ਹੈਪੀ ਨਿਊ ਈਅਰ ਤੁਹਾਨੂੰ ਵੀ ਜੀ। ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅ ਵੈਰੀ ਵੈਰੀ ਹੈਪੀ ਨਿਊ ਈਅਰ ਟੂ ਯੂ ਟੂ ਐਜ਼ ਵੈਲ। ਤੇ ਹੁਣ ਜਦੋਂ ਅਸੀਂ ਨਿਊ ਈਅਰ ਦੀ ਗੱਲ ਕਰ ਰਹੇ ਹਾਂ ਡਾਕਟਰ ਪੁਰਜੀ, ਸਭ ਤੋਂ ਪਹਿਲਾਂ ਤਾਂ ਨਿਊ ਈਅਰ ਦੇ ਵਿੱਚ ਕੀ ਡਿਵੈਲਪਮੈਂਟਸ ਨੇ, ਕੀ ਕੁਝ ਹੋ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ? ਅੱਛੀ ਖਬਰ ਹੈਗੀ ਹੈ, ਵਰਲਡ ਵਾਈਡ ਅੱਛੀ ਖਬਰ ਹੈਗੀ ਹੈ, ਔਰ ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਔਰ ਵੈਸਟਰਨ ਵਰਲਡ 'ਚ ਕਾਫੀ ਹੱਦ ਤੱਕ ਅਕਤੂਬਰ ਨਵੰਬਰ ਤੱਕ ਕੋਰੋਨਾ ਜੀ ਕਾਫੀ ਕਾਬੂ ਆ ਚੁੱਕੇ ਹੋਣਗੇ। ਸੋ ਇੱਕ ਕਿਸਮ ਦੀ ਜੰਗ ਚੱਲ ਰਹੀ ਹੈ। ਕੋਰੋਨਾ ਜੀ ਕਹਿੰਦੇ ਆ ਵੀ ਮੈਨੂੰ ਨਾ ਮਾਰੋ, ਤੇ ਜਿਹੜੇ ਸਾਇੰਟਿਸਟ ਉਹ ਕਹਿੰਦੇ ਵੀ ਸਾਡੇ ਕੋਲ ਹਥਿਆਰ ਹੈਗੇ ਨੇ। ਫਿਰ ਵਿੱਚ ਕੋਰੋਨਾ ਜੀ ਆਪਣਾ ਮੂੰਹ ਮਾਦਰਾ ਬਦਲ ਲੈਂਦੇ ਆ, ਜਿਹੜਾ ਮਿਊਟੇਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਮੈਂ ਨਾ ਆਵਾਂ, ਔਰ ਹਮੇਸ਼ਾ ਵਾਇਰਸਿਸ ਕਰਦੇ ਆਪਣੀ ਸਰਵਾਈਵਲ ਵਾਸਤੇ। ਸੋ ਇਹਦੇ ਵਿੱਚ ਆਪਾਂ ਦੋ ਤਿੰਨ ਗੱਲਾਂ। ਪਹਿਲੀ ਗੱਲ, ਜਿਹੜਾ ਸੈਕੰਡ ਵੇਵ ਕੈਨੇਡਾ ਦਾ ਹੈਗਾ, ਅਸੀਂ ਪਹਿਲਾਂ ਵੀ ਕਿਹਾ ਸੀ ਵੀ ਫਸਟ ਵੇਵ ਨਾਲੋਂ ਜ਼ਿਆਦਾ ਘਾਤਕ ਹੋਊਗਾ, ਔਰ ਉਹ ਸੇਮ ਪ੍ਰੋਬਲਮ ਆ ਰਹੀ ਹੈ। 5 ਤੋਂ 6 ਹਜ਼ਾਰ ਕੇਸਿਸ ਕੈਨੇਡਾ ਦੇ ਵਿੱਚ ਹਰ ਰੋਜ਼ ਦਰਜ ਹੋ ਰਹੇ ਨੇ। ਜਿਹੜੀ ਮੌਤ ਦੀ ਦਰ 1,60,000 ਤੋਂ ਉੱਤੇ ਚਲੀ ਗਈ ਆ। ਕੇਸਿਸ ਕਰੀਬਨ 6 ਲੱਖ ਦੇ ਲਾਗੇ ਚੱਗੇ ਅੱਪੜ ਗਏ ਨੇ। ਤਾਂ ਜਦ ਤੱਕ ਨਹੀਂ ਹਟਦਾ ਅਸੀਂ ਵੀ ਮਿਲੀਅਨ ਪਾਰ ਕਰ ਜਾਵਾਂਗੇ। 2 ਲੱਖ ਕਰੀਬਨ 200,000 ਤੋਂ ਉੱਤੇ ਡੈਥ ਹੋਣਗੀਆਂ। ਲੇਕਿਨ ਅਜੇ ਅਗਰ ਆਪਾਂ ਇਹ ਤੇ ਮੈਜੋਰਿਟੀ ਆਫ ਜਿਹੜੀ ਇਸ਼ੂ ਆ, ਜਿਹੜੀ ਐਡਮਿਸ਼ਨ ਦੀ ਆ, ICU ਦੀ ਆ, ਡੈਥ ਦੀ ਆ, ਉਹ ਬਜ਼ੁਰਗਾਂ ਦੇ ਵਿੱਚ ਆ, ਰੈਸੀਡੈਂਸ਼ੀਅਲ ਕੇਅਰ ਹੋਮਸ ਦੇ ਵਿੱਚ ਆ, ਜਿੱਥੇ ਇਹ ਮਹਾਮਾਰੀ ਨੇ ਫਸਟ ਵੇਵ 'ਚ ਵੀ ਜ਼ਿਆਦਾ ਅਸਰ ਪਾਇਆ ਸੀ। 90% ਪ੍ਰੋਬਲਮ ਉੱਥੇ ਸੀ। ਹੁਣ ਵੈਕਸੀਨੇਸ਼ਨ ਦਸੰਬਰ 14 ਤੋਂ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਉਹ ਸ਼ੁਰੂ ਹੋਇਆ। ਹੌਲੀ ਡੋਜ਼ਸ ਆਉਣੀਆਂ ਸ਼ੁਰੂ ਹੋਈਆਂ। ਪਹਿਲਾਂ ਫਾਈਜ਼ਰ ਦੀਆਂ ਤੇ ਮੋਡਰਨਾ ਦੀ ਔਰ ਫਾਈਜ਼ਰ ਦੀ ਲਗਭਗ ਸੇਮ ਟੈਕਨੋਲੋਜੀ ਹੈ, ਲਗਭਗ ਸੇਮ ਉਹਦਾ ਅਸਰ ਹੈ 94 ਤੋਂ 95%। ਲੇਕਿਨ ਮੋਡਰਨਾ -20 ਤੇ ਵੀ ਰੱਖਿਆ ਜਾ ਸਕਦਾ ਵੀ ਉਹਨੂੰ -70 -80 ਜਿਹੜਾ ਫਾਈਜ਼ਰ ਦੀ ਲੋੜ ਨਹੀਂ ਪੈਂਦੀ, ਕਿਉਂਕਿ ਕੈਨੇਡਾ ਇੱਕ ਬਹੁਤ ਵਿਸ਼ਾਲ ਮੁਲਕ ਆ। ਅਪ ਨਾਰਥ ਵੀ ਦੁਨੀਆ ਰਹਿੰਦੀ ਆ, ਸੋ ਉੱਥੇ ਇੰਨੇ ਫਰੀਜ਼ਰ ਨਹੀਂ ਆ। ਸੋ ਉੱਥੇ ਜ਼ਿਆਦਾ ਮੋਡਰਨਾ ਵੈਕਸੀਨੇਸ਼ਨ ਜਿਹੜੇ ਅਬੋਰੀਜਨਲ ਹੈਗੇ, ਸਾਡੇ ਬਾਸ਼ਿੰਦਰ ਹੈਗੇ ਆ, ਜਿਹੜੇ ਕੰਟਰੀ ਦੇ ਐਕਚੁਅਲੀ ਵਾਰਸ ਹੈਗੇ ਆ, ਜਿਹੜੇ ਇੰਡੀਜੀਨੀਅਸ ਪੀਪਲ, ਉਹਨਾਂ ਨੂੰ ਮੋਸਟਲੀ ਮੋਡਰਨਾ ਲੱਗੂਗੀ। ਸਾਡੇ ਜਿਹੜਾ ਪਹਿਲਾ ਫੇਸ ਹੁਣ ਚੱਲ ਰਿਹਾ ਉਹਦੇ 'ਚ ਅਸੀਂ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਤੇ ਕੰਮ ਕਰਨ ਵਾਲੀ ਜਨਤਾ ਜਿਹੜੀ ਉੱਥੇ, ਉਹਨਾਂ ਨੂੰ ਲੱਗ ਰਿਹਾ। ਮੇਰੀ ਮੁਰਾਦ ਨਰਸਿਸ, ਹੈਲਥ ਕੇਅਰ ਅਸਿਸਟੈਂਟ, ਜਿਹੜੇ ਉਹਨਾਂ ਦੇ ਸਾਫ ਸਫਾਈ ਵਾਲੇ ਹੈਗੇ ਆ, ਡਾਇਟੀਸ਼ੀਅਨ, ਮਤਲਬ ਡਾਕਟਰ, ਜਿਹੜਾ ਪੂਰਾ ਇਨਫਰਾਸਟਰਕਚਰ ਜਿਹੜਾ ਉੱਥੇ ਜਾਂਦਾ ਰੈਸੀਡੈਂਸ਼ੀਅਲ ਕੇਅਰ ਹੋਮ 'ਚ, ਉਹਨਾਂ ਨੂੰ ਲੱਗ ਰਿਹਾ। ਹੁਣ ਬਜ਼ੁਰਗਾਂ ਨੂੰ ਵੀ ਲੱਗਣਾ ਸ਼ੁਰੂ ਹੋਊਗਾ ਜਿਹੜੇ ਉੱਥੇ ਐਡਮਿਟਡ ਹੈਗੇ, ਕਿਉਂਕਿ ਮੋਡਰਨਾ ਜਿਹੜੀ ਹੈਗੀ ਆ, ਜਦੋਂ ਅਸੀਂ ਫ੍ਰਿਜ ਦੇ ਵਿੱਚ ਰੱਖ ਲੈਂਦੇ ਮੋਡਰਨਾ ਨੂੰ ਫ੍ਰੀਜ਼ਰ ਤੋਂ, ਉਹ ਤਾਂ ਵੀ 3 ਹਫ਼ਤੇ ਤੱਕ ਉਹ ਸਟੇਬਲ ਰਹਿੰਦੀ ਹੈ। 2-3 ਦਿਨ ਤੱਕ ਹੀ ਸਟੇਬਲ ਰਹਿੰਦੀ, ਜ਼ਿਆਦਾ ਨਹੀਂ ਰਹਿੰਦੀ। ਔਰ ਲੋਕਾਂ ਨੂੰ ਇੱਕ ਡੋਜ਼ ਲੱਗ ਚੁੱਕਿਆ। ਸੈਕੰਡ ਡੋਜ਼ ਵੀ ਲੱਗੂਗਾ, ਕਿਉਂਕਿ ਇਹ ਆਨਲਾਈਨ ਜਿਹੜਾ ਹੈਗਾ ਐਵਰੀ ਵੀਕ ਨਵੇਂ ਡੋਜ਼ਸ ਆਉਂਦੇ ਰਹਿਣੇ ਆ। ਔਰ ਜਿਹੜਾ ਨਾ ਕੈਨੇਡਾ ਦੀ ਜਿਹੜੀ ਵੈਕਸੀਨ
ਇਨੋਕੂਲੇਸ਼ਨ ਰੇਟ ਥੋੜਾ ਜਿਹਾ ਲੋ ਆ। ਅਸੀਂ ਕਹੀਏ ਕਰੀਬਨ 1 ਜਾਂ 1000 ਪਿੱਛੇ। ਅਮਰੀਕਾ 5 ਲੋਕਾਂ ਨੂੰ ਲੱਗ ਚੁੱਕਿਆ 1000 ਪਿੱਛੇ। ਯੂਕੇ ਦੇ ਵਿੱਚ ਕਰੀਬਨ 12 ਨੂੰ ਲੱਗ ਚੁੱਕਿਆ 1000 ਪਿੱਛੇ। ਬਹਿਰੀਨ ਦੇ ਵਿੱਚ ਕਰੀਬਨ 30 ਨੂੰ ਲੱਗ ਚੁੱਕਿਆ ਔਰ ਇਜ਼ਰਾਈਲ 'ਚ ਕਰੀਬਨ 12-13 ਨੂੰ ਲੱਗ ਚੁੱਕਿਆ 1000। ਸਭ ਤੋਂ ਲੀਡ ਜਿਹੜੀ ਕੰਟਰੀ ਲੈ ਰਹੀ ਉਹ ਇਜ਼ਰਾਈਲ ਲੈ ਰਹੀ ਹੈ। ਲੇਕਿਨ ਆਪਾਂ ਦੇਖੀਏ ਉਹ ਇੱਕ ਛੋਟਾ ਮੁਲਕ ਹੈ, 18 ਮਿਲੀਅਨ ਦਾ ਮੁਲਕ ਹੈਗਾ। ਉੱਥੇ ਸੈਂਟਰਲਾਈਜ਼ ਸਿਸਟਮ ਹੈਗਾ ਹੈਲਥ ਕੇਅਰ ਡਿਲੀਵਰੀ ਦਾ। ਉਹਦੀ ਮਿਲਟਰੀ ਆ ਉਹ ਵੀ ਹੈਲਪ ਕਰ ਰਹੀ ਹੈ ਟੀਕੇ ਲਾਉਣ 'ਚ। ਉਹ ਹਮੇਸ਼ਾ ਔਨ ਗਾਰਡ ਰਹਿੰਦੇ ਆ ਵੀ ਕਦੀ ਨਾ ਕਦੀ ਕੋਈ ਨਾ ਕੋਈ ਭਸੋੜੀ ਪਈ ਰਹਿੰਦੀ ਉੱਥੇ ਲੜਾਈ ਦੀ। ਇਸ ਲਈ ਉਹ ਸਾਰੀ ਮਿਲਟਰੀ ਟ੍ਰੇਨਡ ਹੈਗੀ ਆ ਹੈਲਥ ਕੇਅਰ ਦੇ ਵਿੱਚ ਵੀ ਅਸਿਸਟੈਂਟ। ਨਾਲੇ ਉਹਨਾਂ ਦਾ ਜਿਹੜਾ ਹੈਲਥ ਕੇਅਰ ਸਿਸਟਮ ਹੈ ਬੜਾ ਡਿਜੀਟਲਾਈਜ਼ਡ ਆ ਔਰ ਐਕਸੈਸਿਬਲ ਹੈਗਾ। ਸੋ ਸਾਡਾ ਪਹਿਲੀ ਵਾਰ ਕੈਨੇਡਾ 'ਚ ਨੈਸ਼ਨਲ ਇਮੂਨਾਈਜੇਸ਼ਨ ਪ੍ਰੋਗਰਾਮ ਸੀ। ਇਹਦੇ ਵਿੱਚ ਥੋੜੇ ਜਿਹੇ ਗਲਿਚਸ ਤੇ ਆਣੇ ਸੀ ਲੇਕਿਨ ਅਸੀਂ ਓਵਰਕਮ ਕਰ ਰਹੇ ਹਾਂ ਔਰ ਆਉਣ ਵਾਲੇ ਕੁਝ ਹਫ਼ਤੇ ਕੁਝ ਮਹੀਨੇ 'ਚ ਬਹੁਤ ਸਾਰੇ ਲੋਕਾਂ ਨੂੰ ਲੱਗਣ ਦੀ ਸੰਭਾਵਨਾ। ਔਰ ਐਂਡ ਆਫ ਮਾਰਚ 7,92,000 ਲੋਕਾਂ ਨੂੰ ਐਕਚੁਅਲੀ BC 'ਚ ਲੱਗ ਚੁੱਕਿਆ ਹੋਏਗਾ। ਕਰੀਬਨ 20% ਤੋਂ 25% ਆਬਾਦੀ। ਹੁਣ ਗੱਲ ਇਹ ਹੁੰਦੀ ਆ ਵੀ ਜਦ ਤੱਕ 70% ਨੂੰ ਨਹੀਂ ਲੱਗ ਜਾਂਦਾ ਤਦ ਤੱਕ ਹਰਡ ਇਮਿਊਨਿਟੀ ਨਹੀਂ ਕ੍ਰੀਏਟ ਕਰ ਸਕਦੇ। ਇਸ ਲਈ ਕਈ ਲੋਕਾਂ ਦੇ ਮੈਨੂੰ ਆਉਂਦੇ ਆ ਫੋਨ ਵੀ ਅਸੀਂ ਪਿਛਲੇ ਸਮਰ ਵੀ ਵਿਆਹ ਰੱਖਿਆ ਸੀ, ਉਹ ਪੋਸਟਪੋਨ ਕਰਕੇ ਇਸ ਸਮਰ ਕੀਤਾ, ਹੁਣ ਕੀ ਕਰੀਏ? ਇਹਦਾ ਜਵਾਬ ਅਸੀਂ ਦੇ ਨਹੀਂ ਸਕਦੇ। ਲੇਕਿਨ ਜਿਸ ਹਿਸਾਬ ਦੇ ਨਾਲ ਹਾਲਾਤ ਹੈ ਮੇਰੇ ਖਿਆਲ ਨਾਲ ਗਾਈਡਲਾਈਨਸ ਖੁੱਲਣ ਗਿਆ ਨਹੀਂ ਵੀ ਬਹੁਤ ਵੱਡੇ ਗੈਟ ਟੂਗੇਦਰ ਹੋਣ, ਕਿਉਂਕਿ ਉਹ ਜਦ ਤੱਕ ਸਾਰਿਆਂ ਨੂੰ ਨਹੀਂ ਵੈਕਸੀਨ ਲੱਗਦੀ ਤੁਹਾਨੂੰ ਲੱਗੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹੁਣ ਜੋ ਮਰਜ਼ੀ ਛਲਾਂਗਾ ਪੁੱਠੀਆਂ ਬਿਲਕੁਲ ਸਾਰਿਆਂ ਨੂੰ ਲੱਗਣੀ ਚਾਹੀਦੀ ਹੈ। ਇਸ ਲਈ ਸਾਨੂੰ ਗਾਈਡਲਾਈਨਸ ਮੇ ਬੀ ਐਂਡ ਆਫ ਦਿਸ ਈਅਰ ਤੱਕ ਫੋਲੋ ਕਰਨੇ ਪੈਣ, ਜਿਹਦੇ ਵਿੱਚ ਮਾਸਕ ਲਾਉਣਾ, ਹੈਂਡ ਸੈਨੀਟਾਈਜੇਸ਼ਨ, ਫਿਜ਼ੀਕਲ ਡਿਸਟੈਂਸ ਇਤਿਆਦਿ। ਜੀ ਗਾਈਡਲਾਈਨਸ ਦੇ ਨਾਲ ਹੁਣ ਅਗਲੇ ਹਫਤੇ ਤੋਂ ਜਿਹੜੀਆਂ ਟਰੈਵਲ ਦੀਆਂ ਜਿਹੜੀਆਂ ਅਗਲੇ ਦਿਨ ਤੋਂ ਜਿਹੜੀਆਂ 8 ਤਰੀਕ ਤੋਂ ਜਿਹੜੀਆਂ ਗਾਈਡਲਾਈਨਸ ਜਿਹੜੀਆਂ ਟਰੈਵਲ ਵਾਲੀਆਂ ਨੇ, ਮੈਨੂੰ ਇਹ ਗੱਲਾਂ ਤੋਂ ਯਾਦ ਆਇਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ 72 ਘੰਟੇ ਪਹਿਲਾਂ ਇੱਕ ਰਿਪੋਰਟ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਸੀਂ ਨੈਗੇਟਿਵ ਹੋਣਾ ਚਾਹੀਦਾ ਤੁਹਾਡਾ ਟੈਸਟ ਜਿਹੜਾ ਹੈਗਾ ਆ। ਪਰ ਹੁਣ ਜਦੋਂ 72 ਘੰਟੇ ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਪਲੇਨ ਦੇ ਵਿੱਚ ਸਫ਼ਰ ਕਰਦੇ ਆ, ਚਾਹੇ ਕੁਆਰੰਟੀਨ ਤੁਹਾਨੂੰ ਹੋਣਾ ਹੀ ਪੈਣਾ ਆ, ਪਰ ਕਿੰਨਾ ਕੁ ਉਹਦੇ ਨਾਲ ਹੈਲਪ ਹੋਊਗੀ ਹੈਲਥ ਸਿਸਟਮ ਨੂੰ ਤੇ ਕੰਟਰੀ ਨੂੰ ਇਹ ਬਚਾਉਣ ਦੇ ਲਈ ਕਿ ਕੋਵਿਡ ਦੇ ਕੇਸ ਘਟ ਜਾਣ, ਜਿਹੜੀ ਇਹ ਨਵੀਂ ਗਾਈਡਲਾਈਨਸ ਆਈਆਂ ਨੇ? ਦੇਖੋ ਜਿਹੜੀ ਹੈਗੀ ਹੈ ਨਾ ਕੋਵਿਡ ਇੱਕ ਦੂਜੇ ਤੋਂ ਹੀ ਫੈਲਦਾ, ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਫੈਲਦਾ। ਔਰ ਅਗਰ ਸਮਝੋ ਅਸੀਂ ਪਲੇਨ 'ਚ ਬੋਰਡ ਕਰ ਰਹੇ ਹਾਂ, ਲੈਟਸ ਸੇ ਵੀ ਹਿੰਦੁਸਤਾਨ ਜਾਣਾ ਹੈ, ਇੰਡੀਆ ਜਾਣਾ ਹੈ ਨਾ, ਕਰੀਬਨ 24 ਘੰਟੇ ਤੁਸੀਂ ਟਾਈਮ ਡਿਫਰੈਂਸ ਪਾ ਕੇ ਵੀ ਗਿਣ ਲਓ। ਅਗਰ ਇੱਥੋਂ ਡਾਇਰੈਕਟ ਫਲਾਈਟ ਹੈ ਵੈਂਕੂਵਰ ਟੂ ਦਿੱਲੀ ਹੈ ਨਾ 14 ਘੰਟੇ ਦੀ, ਲੇਕਿਨ 12 ਘੰਟੇ ਟਾਈਮ ਡਿਫਰੈਂਸ ਹੈ। ਸੋ ਕਰੀਬਨ ਇੱਕ ਦਿਨ ਤੇ ਕੁਝ ਘੰਟੇ ਉੱਤੇ ਹੋ ਜਾਂਦੇ ਆ, ਮੀਨਸ 24 to 36 ਆਵਰ। ਇਸ ਲਈ ਇਹ 72 ਘੰਟੇ ਦਾ ਰੱਖਿਆ ਸੀ ਵੀ ਐਟਲੀਸਟ ਤੁਹਾਡੇ ਕੋਲ ਬਫਰ ਟਾਈਮ ਹੋਵੇ ਔਰ ਉਹ ਲੋਕਾਂ ਨੂੰ ਫਿਰ ਖੱਜਲ ਖਰਾਬ ਨਹੀਂ ਹੋਣਾ ਪੈਂਦਾ, ਉਹ ਮਤਲਬ ਬਾਹਰ ਜਾ ਸਕਦੇ ਆ ਔਰ ਜਿਵੇਂ ਵੀ ਉਹਨੂੰ ਕੋਰੋਨਾ ਨੈਗੇਟਿਵ ਹੈਗੇ। ਸੇਮ ਥਿੰਗ ਕੈਨੇਡਾ ਨੇ ਵੀ ਜਿਹੜਾ ਹੈਗਾ ਪਿਛਲੇ ਹਫਤੇ ਕੀਤਾ ਜਾਂ ਅਰਲੀ ਦਿਸ ਵੀਕ ਕੀਤਾ ਵੀ ਟਰੈਵਲ ਕਰਨਾ ਕੈਨੇਡਾ ਨੂੰ ਤਾਂ ਵੀ ਤੁਹਾਨੂੰ ਕੋਵਿਡ ਨੈਗੇਟਿਵ ਦਾ ਟੈਸਟ ਕਰਵਾ ਕੇ ਆਉਣਾ ਪੈਣਾ। ਹੁਣ ਦੇਖੋ ਇਹ ਤਾਂ ਹੈਗੀ ਆ ਮਤਲਬ ਵੀ ਇੱਕ ਅੱਛੀ ਗੱਲ, ਲੇਕਿਨ ਕਈ ਜਗ੍ਹਾ 'ਚ ਕਈ ਕੰਟਰੀਆਂ 'ਚ ਜਿਹੜੀ ਟੈਸਟਿੰਗ ਹੈਗੀ ਆ ਤੁਸੀਂ ਪੈਸੇ ਦੇ ਕੇ ਉੱਦਾਂ ਹੀ ਘਰ ਰਿਪੋਰਟ ਮੰਗਾ ਸਕਦੇ। ਮੇਰੀ ਮੁਰਾਦ ਹੈ ਕਾਫੀ ਕੰਟਰੀ 'ਚ ਜਿਹਦੇ ਤੁਹਾਡੀ ਜਾਣ ਪਛਾਣ ਹੁੰਦੀ ਹੈ ਰਾਈਟ ਜੀ, ਟੈਸਟਿੰਗ ਸੈਂਟਰਸ ਨਹੀਂ ਹੁੰਦੇ, ਕਈ ਪ੍ਰਾਈਵੇਟ ਸੈਂਟਰਸ ਹੁੰਦੇ ਵਗੈਰਾ। ਸੋ ਥੋੜੀ ਤਾਂ ਐਰਰ ਹੋਏਗੀ, ਲੇਕਿਨ ਤਾਂ ਵੀ ਬਹੁਤ ਹੀ ਵੱਡੀ ਮਾਤਰਾ 'ਚ ਲੋਕੀ ਜਿਹੜੇ ਪਲੇਨਸ 'ਚ ਟਰੈਵਲ ਕਰਨਗੇ ਉਹ ਕੋਵਿਡ ਨੈਗੇਟਿਵ ਹੋਣਗੇ ਤਾਂ ਹੀ। ਔਰ ਆਉਣ ਵਾਲੇ ਸਮੇਂ 'ਚ ਵੀ ਮੈਂ ਦੱਸ ਰਿਹਾ ਵੀ ਪਲੇਨ ਟਰੈਵਲ ਤਾਂ ਹੀ ਇੰਟਰਨੈਸ਼ਨਲ ਖੁੱਲੂਗਾ ਜਾਂ ਤੁਹਾਡੇ ਕੋਲ ਵੈਕਸੀਨੇਸ਼ਨ ਹੋਊਗੀ ਜਾਂ ਟੈਸਟ ਨੈਗੇਟਿਵ ਹੈਗੇ। ਕੋਈ ਰਿਸਕ ਨਹੀਂ ਲੈਣਾ ਚਾਹੂਗਾ ਕਿਉਂਕਿ ਦੁਖਾਂਤ ਦੂਜੇ ਪੈਸੇਂਜਰ ਵਾਸਤੇ, 에ਅਰਲਾਈਨ ਵਾਸਤੇ, ਔਰ ਇਹ ਫੈਲਾਅ ਜਿਹੜਾ ਹੈਗਾ ਸਾਨੂੰ ਹੀ ਰੋਕਣਾ ਪੈਣਾ। ਜਦੋਂ ਅਸੀਂ ਵੇਰੀਐਂਟ ਦੀ ਗੱਲ ਕਰਦੇ ਹਾਂ, ਮਿਊਟੇਸ਼ਨ ਦੀ ਗੱਲ ਕਰਦੇ ਹਾਂ, ਬ੍ਰਿਟੇਨ ਦੇ ਵਿੱਚ ਸ਼ੁਰੂ ਹੋਈ, ਹੁਣ 41 ਕੰਟਰੀਜ਼ ਦੇ ਵਿੱਚ ਪਹੁੰਚ ਚੁੱਕੀ ਹੈ, ਪਰ ਕੇਸ ਜਿਹੜੇ ਨੇ ਉਹ ਵੈਕਸੀਨ ਤੋਂ ਬਾਅਦ ਵੀ ਲਗਾਤਾਰ ਵੱਧ ਰਹੇ ਨੇ। ਪਹਿਲਾਂ ਇਹ ਸੀ ਕਿ ਸ਼ਾਇਦ ਵੇਰੀਐਂਟ ਜਿਹੜੇ ਨੇ ਉਹ ਜ਼ਿਆਦਾ ਵਧੇ ਨੇ, ਪਰ ਹੁਣ ਅਸੀਂ ਇੱਥੇ ਦੇਖਿਆ BC ਦੇ ਵਿੱਚ ਵੀ 1-2 ਕੇਸ ਆਏ ਨੇ। ਉਧਰ ਜੇ ਅਸੀਂ ਓਨਟਾਰੀਓ ਦੀ ਗੱਲ ਕਰੀਏ ਉੱਥੇ 6 ਕੁ ਕੇਸ ਜਿਹੜੇ ਨੇ ਟੋਟਲ ਹੋ ਗਏ ਨੇ ਜਿਹੜੇ ਵੇਰੀਐਂਟ ਨੂੰ ਲੈ ਕੇ ਅਮਰੀਕਾ ਦੇ ਵਿੱਚ ਆ ਰਹੇ ਨੇ। ਹੁਣ ਓਨਟਾਰੀਓ ਦੇ ਵਿੱਚ ਤਾਂ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਨੇ ਕਿ ਉੱਥੋਂ ਦੇ ਜਿਹੜੇ ਲੋਕਲ ਪੋਲੀਟੀਸ਼ੀਅਨਸ ਵੀ ਹੈਗੇ ਉਹ ਵੀ ਕਹਿ ਰਹੇ ਨੇ ਕਿ ਮਿਲਟਰੀ ਨੂੰ ਦੁਬਾਰਾ ਤੋਂ ਸੱਦ ਲਿਆ ਜਾਵੇ, ਮਿਲਟਰੀ ਦੀ ਹੈਲਪ ਲਈ ਜਾਵੇ, ਕਿਉਂਕਿ ਉੱਥੇ 3000 ਤੋਂ ਉੱਤੇ ਕੇਸ ਇੱਕ ਦਿਨ 'ਚ ਰਿਪੋਰਟ ਹੋ ਰਹੇ ਨੇ। ਹਾਲਾਂਕਿ ਵੈਕਸੀਨ ਉੱਥੇ ਸਭ ਤੋਂ ਜ਼ਿਆਦਾ ਲੱਗ ਰਹੀਆਂ ਨੇ। ਡਾਕਟਰ ਪੁਰਜੀ ਕੀ ਕਾਰਨ ਹੈ ਕਿ ਵੈਕਸੀਨ ਤੋਂ ਬਾਅਦ ਵੀ ਕੇਸ ਵਧ ਰਹੇ ਆ? ਦੇਖੋ ਪਹਿਲੀ ਗੱਲ ਤੇ ਵੈਕਸੀਨ ਦੇ ਲੱਗਣੇ 2 ਡੋਜ਼ ਹੈ ਨਾ, ਔਰ ਪਹਿਲਾ ਡੋਜ਼ ਜਦੋਂ ਲੱਗਾ ਉਹ ਤੁਹਾਨੂੰ 52% 52% ਉਹ ਇਮਿਊਨਿਟੀ ਦਿੰਦਾ, 100% ਦੂਜਾ ਡੋਜ਼ ਜਿਹੜਾ ਫਾਈਜ਼ਰ ਦਾ ਉਹ ਕਹਿੰਦੀ ਹੈ ਘੱਟ ਤੋਂ ਘੱਟ 21 ਡੇ ਦਾ ਤੁਸੀਂ ਫਾਸਲਾ ਪਾਓ, ਮੋਡਰਨਾ ਵਾਲੇ ਕਹਿੰਦੇ 28 ਦਿਨ ਦਾ। ਲੇਕਿਨ ਜਿਹੜੀ ਲੌਜਿਸਟਿਕਸ ਆ ਹੁਣ ਸਾਡੀ ਇਹ ਡਿਕਟੇਟ ਕਰ ਰਹੀ ਹੈ ਵੀ 35 ਦਿਨਾਂ ਬਾਅਦ ਉਹਨਾਂ ਨੂੰ ਵੈਕਸੀਨ ਮਿਲੂਗੀ।
ਸੋ ਇਹ ਤੋਂ ਬਾਅਦ ਕਿਉਂਕਿ ਜਿਹੜੇ ਪਹਿਲਾ ਡੋਜ਼ ਹੈ ਸਾਰਿਆਂ ਨੂੰ ਮਿਲ ਜਾਏ ਰੈਪਿਡਲੀ ਥਾਣਾ ਵੀ ਥੋੜਾ ਬਹੁਤ ਪ੍ਰੋਟੈਕਟਡ ਰਹਿਣ। ਦੂਜੀ ਜਿੱਦਾਂ ਮੈਂ ਦੱਸਿਆ ਸੀ ਔਰ ਤੁਸੀਂ ਵੀ ਸਾਂਝਾ ਕੀਤਾ, ਜਿਹੜੇ ਮੇਰੇ ਡੇਟਾ ਆਏ ਸੀ ਕੱਲ ਪਰਸੋਂ ਤੱਕ, ਉਹ ਇਹ ਸੀ ਵੀ BC 'ਚ ਸਿਰਫ 25,000 ਲੋਕਾਂ ਨੂੰ ਸੋ ਫਾਰ ਵੈਕਸੀਨ ਲੱਗ ਚੁੱਕੀ ਹੈ ਨਾ। ਸਾਡੀ BC ਦੀ ਜਿਹੜੀ 5 ਮਿਲੀਅਨ ਦੀ ਆ, ਸੋ ਸਾਡਾ ਟਾਰਗੇਟ ਹੈਗਾ ਵੀ ਕਰੀਬਨ 1.5 ਲੱਖ ਅਗਲੇ ਮਹੀਨੇ ਦੇ ਐਂਡ ਤੱਕ ਤੇ 7,92,000 ਮਾਰਚ ਦੇ ਐਂਡ ਤੱਕ। ਹੁਣ ਗੱਲ ਇਹ ਹੈ ਵੀ ਜਿਹੜੀ ਮੋਡਰਨਾ ਔਰ ਫਾਈਜ਼ਰ ਹੈ, ਇਸ ਤੋਂ ਬਾਅਦ ਵੀ ਜਿਹੜੀ ਦੂਜੀ ਵੈਕਸੀਨ ਦੀ ਉਹ UK 'ਚ ਤਾਂ ਯੂਜ਼ ਕਰ ਰਹੇ ਆ, ਇੰਡੀਆ 'ਚ ਵੀ, ਮੈਕਸੀਕੋ 'ਚ ਵੀ, ਤੇ ਮੈਨੂੰ ਲੱਗਦਾ ਹੈਲਥ ਕੈਨੇਡਾ ਰਿਵਿਊ ਕਰ ਰਹੀ ਹੈ ਤੇ ਹੋ ਸਕਦਾ 1-2 ਹਫ਼ਤੇ 'ਚ ਉਹਨੂੰ ਵੀ ਮਾਨਤਾ ਇੱਥੇ ਮਿਲ ਜਾਏ। ਉਹਦੀ ਐਡਵਾਂਟੇਜ ਇਹ ਆ ਵੀ ਉਹਨੂੰ ਕੋਈ ਫ੍ਰੀਜ਼ਰ ਦੀ ਲੋੜ ਨਹੀਂ ਹੈਗੀ, ਰੈਗੂਲਰ ਫ੍ਰਿਜ 'ਚ ਵੀ ਰੱਖਿਆ ਜਾ ਸਕਦਾ, ਸੋ ਉਹਦੀ ਸਟੋਰੇਜ ਦੀ ਜਿਹੜੀ ਦੁਖਾਂਤ ਵਾਲੀ ਗੱਲ ਨਹੀਂ ਆ। ਤੀਜੀ ਗੱਲ ਜਿਹੜਾ ਨਾ ਮਿਊਟੇਸ਼ਨ ਹੈਗਾ ਉਹਦੀ ਥੋੜੀ ਮੈਂ ਦੱਸਣਾ ਚਾਹੁੰਦਾ ਜੀ। ਜਿਹੜਾ ਨਾ ਸਪਾਈਕ ਪ੍ਰੋਟੀਨ ਹੁੰਦਾ, ਜਿਹੜੇ ਇਹਦੇ ਕੰਡੇ ਕਹਿ ਲੋ ਜਾਂ ਜਿਹਦੇ ਨਾਲ ਇਹਨੇ ਜਾ ਕੇ ਲੌਕ ਕਰਨਾ ਸਾਡੇ ਸੈੱਲ 'ਚ ਰਿਸੈਪਟਰ 'ਚ, ਉਹਨੂੰ ਕਹਿੰਦੇ ਸਪਾਈਕ ਪ੍ਰੋਟੀਨ SPIKE। ਉਹਦੇ ਵਿੱਚ 8 ਜਿਹੜੇ ਬੇਸ ਪੇਅਰ ਆ ਉਹਦੇ ਵਿੱਚ ਥੋੜੀ ਤਬਦੀਲੀ ਵਾਇਰਸ ਨੇ ਕੀਤੀ ਹੈ, ਜਿਹੜਾ B117 ਮਿਊਟੇਸ਼ਨ ਅਸੀਂ ਕਹਿੰਦੇ ਆ। ਜਿਹੜਾ ਸਪਾਈਕ ਪ੍ਰੋਟੀਨ ਤੋਂ ਹੀ ਐਂਟੀਬਾਡੀਜ਼ ਬਣਾਉਣ ਦਾ ਫਾਈਜ਼ਰ ਔਰ ਮੋਡਰਨਾ ਦਾ ਔਰ ਜਿਹੜਾ ਦੂਜਾ ਹੈਗਾ ਆਕਸਫੋਰਡ ਐਡੀਨੋ ਵਾਇਰਸ ਦੇ ਹੀ ਟੈਕਨੋਲੋਜੀ ਲੈ ਕੇ ਸਪਾਈਕ ਪ੍ਰੋਟੀਨ ਦਾ ਬਣਾਉਂਦਾ, ਤਾਂ ਕਿ ਜਿਹੜਾ ਇਹ ਵਾਇਰਸ ਹੈ ਸਾਡੇ ਸੈੱਲ 'ਚ ਲੌਕ ਇਨ ਹੋ ਨਾ ਸਕੇ। ਉਹ 1280 ਪੇਅਰਸ ਜਿਹੜਾ ਵੈਕਸੀਨ ਦੇ ਵਿੱਚ ਹੈਗਾ, ਅਗਰ ਉਹਦੇ ਤੋਂ 8-20 ਚੇਂਜ ਹੋ ਜਾਂਦੇ ਆ ਤਾਂ ਵੀ 99% ਤੋਂ ਉੱਤੇ ਉਹਦੀ ਐਫੀਕੇਸੀ ਰਹਿੰਦੀ ਹੈ। ਸੋ ਇਸ ਜਿਹੜੇ ਵੈਕਸੀਨ ਮੈਨੂਫੈਕਚਰਰ ਉਹ ਕਹਿੰਦੇ ਆ ਵੀ ਨਹੀਂ, ਸਾਡੀ ਇਹ ਵੈਕਸੀਨ ਮਿਊਟੇਸ਼ਨ ਜਾਂ ਜਿੰਨੇ ਆਪਣਾ ਹੁਣ ਵੇਰੀਐਂਟ ਹੈਗਾ ਉਹਦੇ ਉੱਤੇ ਵੀ ਅਸਰਦਾਰ ਰਹੇਗੀ। ਲੇਕਿਨ ਤਾਂ ਵੀ ਰਿਸਰਚ ਚੱਲ ਰਿਹਾ ਇਹਦੇ ਉੱਤੇ ਵੀ, UK ਦੇ ਵਿੱਚ ਸਭ ਤੋਂ ਜ਼ਿਆਦਾ, ਫਿਰ USA ਦੇ ਵਿੱਚ ਵੀ। ਹੁਣ ਜਿਹੜਾ UK ਦੇ ਵਿੱਚ ਜਿਹੜਾ ਕੈਂਟ ਏਰੀਆ, ਉੱਥੇ ਸੈਪਟੈਂਬਰ ਤੋਂ ਕੇਸਿਸ ਆ ਰਹੇ ਸੀ, ਲੇਕਿਨ ਹੁਣ ਬਹੁਤ ਵੱਧਣੇ ਸ਼ੁਰੂ ਹੋ ਗਏ। ਔਰ ਕਿਉਂਕਿ ਦੇਖੋ ਲੋਕੀ ਤੇ ਵਿਜ਼ਿਟ ਕਰ ਰਹੇ ਸੀ ਦੂਜੀ ਕੰਟਰੀਆਂ ਨੂੰ ਵੀ, ਇਸ ਲਈ ਉੱਥੋਂ ਦੇ ਵੀ ਫੈਲ ਲਿਆ। ਤੁਸੀਂ ਕਿਹਾ 40-41 ਕੰਟਰੀਆਂ 'ਚ ਹੈਗਾ, ਹੋਰ ਜਗ੍ਹਾ। ਹੁਣ ਜਿਹੜਾ ਪੁਰਾਣਾ ਵਾਇਰਸ ਤੁਰਿਆ ਸੀ ਵੂਹਾਨ ਤੋਂ, ਕਰੀਬਨ ਸਾਲ ਤੋਂ ਉੱਤੇ ਹੋ ਗਿਆ COVID-19 ਦਾ, ਉਹਦਾ ਇਹ 17ਵਾਂ ਮਿਊਟੇਸ਼ਨ ਆ। ਇਹਦੇ ਵਿੱਚ ਇਹਨੇ 8 ਬੇਸ ਪੇਅਰ ਮਿਊਟੇਟ ਕੀਤੇ ਆ, ਜਿਹਦੇ 1 ਜਾਂ 2 ਮਿਊਟੇਸ਼ਨਸ ਹੁੰਦੀਆਂ। ਇਹ ਤਾਂ ਕੀਤਾ ਤਾਂ ਕਿ ਬਹੁਤ ਈਜ਼ੀਲੀ ਇਨਫੈਕਟ ਕਰ ਸਕੇ ਔਰ ਬੱਚਿਆਂ ਨੂੰ ਵੀ ਔਰ ਯੰਗ ਐਡਲਟਸ ਨੂੰ ਵੀ ਇਨਫੈਕਟ ਕਰ ਸਕੇ। ਹੁਣ ਮੈਂ ਚਾਹੁੰਦਾ ਵੀ ਇਹਦੀ ਔਰ ਪੁਰਾਣੇ ਦੀ ਕੰਪੈਰੀਜ਼ਨ ਕਰੀਏ। ਸਮਝੋ ਇੱਕ ਰੂਮ ਦੇ ਵਿੱਚ ਨਾ 100 ਇਨਸਾਨ ਆ, ਮੇਰੇ ਵਰਗਾ ਬੰਦਾ ਜਿਹਨੂੰ ਕੋਵਿਡ ਹੋਇਆ, ਉਹਨੇ ਬਹੁਤ ਜ਼ੋਰ ਦੀ ਖੰਗਿਆ, ਵਾਇਰਸ ਫੈਲ ਗਿਆ, ਸਾਰੇ ਵਿੱਚ ਲਿੱਤਾ, ਸਿਰਫ 9 ਨੂੰ ਕੋਵਿਡ ਹੋਣਾ ਸੀ, 91 ਨੂੰ ਨਹੀਂ ਹੋਣਾ ਸੀ ਫਿਰ ਵੀ। ਲੇਕਿਨ ਨਵਾਂ ਮਿਊਟੇਸ਼ਨ ਹੈਗਾ, ਅਗਰ 100 ਵਿਅਕਤੀ ਬੈਠੇ ਕਮਰੇ 'ਚ ਔਰ ਇੱਕ ਨੂੰ ਇਹ B117 ਉਹਨੇ ਖੰਗਿਆ ਤੇ 15.5 ਮਤਲਬ 15 ਤੋਂ 16 ਤੁਸੀਂ ਕਹਿ ਸਕਦੇ ਹੋ 100 ਦੇ ਵਿੱਚ ਉਹਨਾਂ ਨੂੰ ਹੋਊਗਾ। ਸੋ ਇਹ 55% ਜ਼ਿਆਦਾ ਟ੍ਰਾਂਸਮਿਸ਼ਨ ਹੈਗਾ, ਉਹ ਸੇਮ ਰਹੀ ਆ। ਇਹਦੇ ਨਾਲ ਜਿਹੜੀ ਹੈਗੀ ਆ ICU ਦਰ ਤੇ ਮੌਤ ਪੁਰਾਣੇ ਦੇ ਨਾਲ ਰਹੀ ਆ, ਉਹ ਜ਼ਿਆਦਾ ਲੀਥਲ ਨਹੀਂ ਹੈਗਾ, ਲੇਕਿਨ ਇਹ ਜ਼ਿਆਦਾ ਅਸਰਦਾਰ ਕਹਿ ਲੋ ਜਾਂ ਜ਼ਿਆਦਾ ਇਨਫੈਕਸ਼ੀਅਸ ਹੈਗਾ, ਜ਼ਿਆਦਾ ਇਹ ਫੈਲਦਾ ਜੀ। ਇਹਦੇ ਲਈ ਜਿਹੜੀ ਵੈਕਸੀਨ ਹੈਗੀ ਹੈ, ਇਹ ਸੇਮ ਵੈਕਸੀਨ ਕੰਮ ਕਰੂਗੀ ਕਿ ਉਹਦੇ ਲਈ ਵੈਕਸੀਨ ਵੀ ਕੋਈ ਨਵੀਂ ਆਊਗੀ? ਸੋ ਫਾਰ ਜਿਹੜੇ ਵੈਕਸੀਨ ਮੈਨੂਫੈਕਚਰਰ ਕਹਿ ਰਹੇ ਵੀ ਸਾਡੀ ਵੈਕਸੀਨ ਜਿਹੜੀ ਹੈਗੀ ਆ ਨਵੇਂ ਮਿਊਟੈਂਟ ਨੂੰ ਹੈਂਡਲ ਕਰ ਸਕਦੀ। ਜਦੋਂ ਮੈਂ ਸਮਝਾਇਆ ਸੀ ਵੀ ਜਦੋਂ ਉਹ ਜਿਹੜਾ ਸਪਾਈਕ ਪ੍ਰੋਟੀਨ ਦੇ ਐਂਟੀਬਾਡੀਜ਼ ਬਣਾਉਣ ਦੀ 1280 ਪੇਅਰਸ ਆ, ਜਿਹੜਾ ਨਵਾਂ ਮਿਊਟੇਸ਼ਨ ਉਹ 'ਚ 8 ਹੀ ਚੇਂਜ ਹੋਇਆ। ਅਗਰ 1280 'ਚ ਤੁਸੀਂ 8 ਕੱਢ ਵੀ ਲੈਂਦੇ ਹੋ ਤਾਂ ਵੀ ਤੁਸੀਂ 1270-72 ਦੇ ਲਾਗੇ ਚਾਗੇ ਰਹਿੰਦੇ ਹੋ। ਸੋ 9.5% ਤਾਂ ਵੀ ਤੁਸੀਂ ਸੇਮ ਹੀ ਰਹਿੰਦੇ ਹੋ, ਲੇਕਿਨ ਇਹਦੇ ਉੱਤੇ ਰਿਸਰਚ ਵੀ ਚੱਲ ਰਿਹਾ ਹੈ ਜੀ। ਡਾਕਟਰ ਪ੍ਰਜੀਤ, ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਰਿਸਰਚ ਹਜੇ ਵੀ ਚੱਲ ਰਹੀ ਹੈ, ਚਾਹੇ ਅਜੇ ਇਹ ਨਹੀਂ ਪਤਾ ਲੱਗਿਆ ਸਾਨੂੰ ਕਿ ਸਾਨੂੰ ਸਾਲ ਦੇ ਵਿੱਚ 2 ਡੋਜ਼ ਚਾਹੀਦੀਆਂ ਨੇ, ਜਾਨੀ 6 ਮਹੀਨੇ ਤੋਂ ਬਾਅਦ ਡੋਜ਼ ਚਾਹੀਦੀ ਹੈ, ਜਾਂ ਸਾਨੂੰ 10 ਸਾਲਾਂ ਬਾਅਦ ਇਹਦੀ ਡੋਜ਼ ਚਾਹੀਦੀ ਹੈ, ਕਿਸ ਤਰ੍ਹਾਂ ਇਹ ਕੰਮ ਹੋਊਗਾ, ਕਿਸ ਤਰ੍ਹਾਂ ਹੋਰ ਡੋਜ਼ਸ ਕਿੰਨੀਆਂ ਚਾਹੀਦੀਆਂ ਨੇ, ਇੱਕ ਵਾਰ 2 ਲੱਗਣਗੀਆਂ ਕਿ ਵਾਰ-ਵਾਰ 2 ਲੱਗਣਗੀਆਂ। ਸੋ ਬਹੁਤ ਸਾਰੀਆਂ ਚੀਜ਼ਾਂ ਤੇ ਰਿਸਰਚ ਹੋ ਰਹੀ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਸੀਗਾ ਕਿ ਸ਼ਾਇਦ ਸਾਰਿਆਂ ਨੂੰ ਇਹਦੀ ਵੈਕਸੀਨ ਮਿਲੂਗੀ, ਪਰ ਫਿਰ ਕਹਿੰਦੇ ਕਿ ਨਹੀਂ, ਇਹ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਹੈਗੇ ਨੇ ਉਹਨਾਂ ਨੂੰ ਵੈਕਸੀਨ ਨਹੀਂ ਲਗਾਈ ਜਾਊਗੀ ਤੇ ਨਾਲ ਹੀ ਪ੍ਰੈਗਨੈਂਟ ਵੂਮਨਸ ਨੂੰ ਨਹੀਂ ਲਗਾਈ ਜਾਊਗੀ। ਪਰ ਹੁਣ ਇੱਕ ਆਰਟੀਕਲ ਆਇਆ ਜਿਹਦੇ ਵਿੱਚ ਕੈਨੇਡੀਅਨ ਰਿਸਰਚਰ ਆ, ਉਹਨਾਂ ਨੇ ਕਿਹਾ ਕਿ ਪ੍ਰੈਗਨੈਂਟ ਵੂਮਨਸ ਨੂੰ ਵੀ ਇਹ ਲੱਗਣਾ ਚਾਹੀਦਾ ਹੈਗਾ ਆ। ਸੋ ਹੁਣ ਇਹ ਕਿਸ ਤਰ੍ਹਾਂ ਕੰਮ ਕਰੂਗਾ? ਜਿਹੜੇ ਨਾ ਫਾਈਜ਼ਰ, ਦੇਖੋ ਜਿਹੜੀ ਪਹਿਲੀ ਲਾਇਸੈਂਸਡ ਵੈਕਸੀਨ ਕੈਨੇਡਾ 'ਚ ਹੋਈ ਫਾਈਜ਼ਰ ਦੀ, ਉਹਨਾਂ ਦੀ ਜਦੋਂ ਫੇਸ ਟ੍ਰਾਇਲਸ ਚੱਲ ਰਹੀਆਂ ਸੀ ਔਰ ਖਾਸ ਕਰਕੇ ਫੇਸ 3 ਟ੍ਰਾਇਲ ਜਿਹਦੇ ਵਿੱਚ ਉਹਨਾਂ ਨੇ 45-50 ਹਜ਼ਾਰ ਵੋਲੰਟੀਅਰ ਲਿੱਤੇ, ਉਹਦੇ ਵਿੱਚ ਕੋਈ ਵੀ ਪ੍ਰੈਗਨੈਂਟ ਵੂਮਨ ਨਹੀਂ ਸੀ, ਕੋਈ ਵੀ ਬੱਚਾ ਨਹੀਂ ਸੀ 16 ਸਾਲ ਤੋਂ ਥੱਲੇ। ਇਸ ਲਈ ਵੀ ਅਸੀਂ ਕੁਝ ਦੱਸ ਨਹੀਂ ਸਕਦੇ, ਬਟ ਅਸੀਂ
ਕਰਾਂਗੇ ਵੀ ਪ੍ਰੈਗਨੈਂਟ ਵੂਮਨ ਤੇ ਬੱਚੇ ਇਹਨੂੰ ਨਾ ਲਾਉਣ। ਹਮ ਮੋਡਰਨਾ ਨੇ ਆਲਰੇਡੀ 12 ਤੋਂ 16 ਸਾਲ ਵਾਲੇ ਬੱਚੇ ਕੀਤੇ ਦਸੰਬਰ ਦੇ ਵਿੱਚ, ਜੀ ਔਰ ਕਹਿ ਰਹੇ ਵੀ ਸਾਡੀ ਵੈਕਸੀਨ ਜਿਹੜੀ ਹੈਗੀ ਆ ਅਸੀਂ 12 ਸਾਲ ਤੱਕ ਉਹਨੂੰ ਬੈਂਡ ਕਰਦੇ ਆ ਤੇ ਪ੍ਰੈਗਨੈਂਟ ਵੂਮਨ ਨੂੰ ਵੀ ਦੇ ਸਕਦੇ ਆ। ਜਦੋਂ ਵੀ ਨਾ ਟ੍ਰਾਇਲ ਚੱਲਦੀ ਆ ਪ੍ਰੈਗਨੈਂਟ ਵੂਮਨ ਨੂੰ ਨਹੀਂ ਦਿੱਤਾ ਜਾਂਦਾ। ਅਗਰ ਬਾਈ ਚਾਂਸ ਕੋਈ ਸਾਈਡ ਇਫੈਕਟ ਹੋਏ ਤਾਂ ਫਿਰ ਤੁਸੀਂ ਦੋ ਨੂੰ ਦੋਗੇ, ਮਦਰ ਨੂੰ ਵੀ ਤੇ ਉਹਦੇ ਕੁੱਖ ਜਿਹੜਾ ਪਨਪ ਰਿਹਾ ਬੱਚਾ ਉਹਨੂੰ ਵੀ ਦੇ ਸਕਦੇ। ਸੋ ਇਹ ਤਾਂ ਗਾਈਡਲਾਈਨਸ ਹੁੰਦੀਆਂ ਰਿਸਰਚ ਦੀਆਂ। ਸੋ ਹਮੇਸ਼ਾ ਏਦਾਂ ਹੁੰਦਾ ਕੋਈ ਵੀ ਦਵਾਈ ਬਣਦੀ ਹੈ ਨਾ ਅਰਸ਼ ਜੀ, ਪਹਿਲਾਂ ਸਾਰੀ ਐਡਲਟ ਦੇ ਉੱਤੇ ਹੀ ਉਹਦੀ ਰਿਸਰਚ ਹੁੰਦੀ ਹੈ, ਬੱਚਿਆਂ ਦੇ ਵਿੱਚ ਫਿਰ ਜਿਹੜੀ ਹੈਗੀ ਲਾਗੂ ਹੁੰਦੀ ਆ। ਅਸੀਂ ਥੋੜੀ ਜ਼ਿਆਦਾ ਕੇਅਰਫੁਲ ਹੁੰਦੇ ਆ। ਕੋਵਿਡ ਦੀ ਹੈਗੀ ਆ, ਇਹ ਹੈਗੀ ਆ ਵੀ ਕੋਵਿਡ ਬੱਚਿਆਂ ਦੇ ਵਿੱਚ ਉਦਾਂ ਹੀ ਬਹੁਤ ਘੱਟ ਹੈਗਾ, ਅਗਰ ਹੁੰਦਾ ਵੀ ਆ ਤੇ ਬਹੁਤ ਮਾਈਲਡ ਸਿੰਪਟਮ ਹੁੰਦੇ ਆ। ਇਸ ਵਿੱਚ ਵੀ ਜਿਹੜੇ ਸਾਡੇ BC 'ਚ 300 ਕੁਝ ਐਡਮਿਟਡ ਹੈਗੇ ਆ, ਉਹਦੇ ਵਿੱਚ ਕੋਈ ਵੀ ਬੱਚਾ ਨਹੀਂ ਹੈਗਾ। ਸੋ ਬੱਚੇ ਰੇਅਰਲੀ ਐਡਮਿਟ ਹੁੰਦੇ ਆ। ਸੋ ਇਸ ਲਈ ਆਉਣ ਵਾਲੇ ਟਾਈਮ 'ਚ ਹੌਲੀ ਹੌਲੀ, ਕਿਉਂਕਿ ਜਦੋਂ ਆਪਾਂ 70% ਕਹਿੰਦੇ ਆ, 18% ਸਾਡਾ ਕੈਨੇਡਾ ਦੇ ਵਿੱਚ ਆਵਾਮ ਬੱਚੇ ਆ। ਸੋ ਅਗਰ ਆਪਾਂ 70% ਹਰਡ ਇਮਿਊਨਿਟੀ ਚਾਹੀਦੀ ਹੈ ਤਾਂ ਬੱਚਿਆਂ ਨੂੰ ਵੀ ਇਨਕਲੂਡ ਕਰਨਾ ਪੈਣਾ। ਸੋ ਪਰ BC 'ਚ ਹੈਲਥ ਕੇਅਰ ਅਸਿਸਟੈਂਟ ਜਿਹੜੇ ਪ੍ਰੈਗਨੈਂਟ ਸੀ ਉਹਨਾਂ ਨੂੰ ਨਹੀਂ ਦਿੱਤੀ ਗਈ ਸੀ ਫਸਟ ਪ੍ਰੋਟੋਕਾਲ 'ਚ, ਲੇਕਿਨ ਆਉਣ ਵਾਲੇ ਵੈਕਸੀਨ ਜਿਹੜੇ ਹੈਗੇ ਸ਼ਾਇਦ ਉਹਨਾਂ ਨੂੰ ਦਿੱਤੇ ਜਾਣਗੇ। ਡਾਕਟਰ ਪੁਜੀ, ਜਦੋਂ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ ਤੇ ਫਾਈਜ਼ਰ ਤੇ ਮੋਡਰਨਾ, ਹੁਣ ਦੋ ਵੈਕਸੀਨ ਸਾਡੇ ਇੱਥੇ ਦਿੱਤੀਆਂ ਜਾ ਰਹੀਆਂ, ਹੈਲਥ ਕੈਨੇਡਾ ਦੇ ਵੱਲੋਂ ਅਪਰੂਵ ਹੈਗੀਆਂ ਨੇ। ਕਈ ਦੇਸ਼ਾਂ ਦੇ ਵਿੱਚ ਜੇ ਅਸੀਂ ਐਸਟਰਾਜੈਨਕਾ ਦੀ ਗੱਲ ਕਰ ਲਈਏ, ਕੋਵੈਕਸ ਦੀ ਗੱਲ ਕਰੀਏ, ਬਹੁਤ ਸਾਰੀਆਂ ਹੋਰ ਵੀ ਇਹ ਦਵਾਈਆਂ ਹੈਗੀਆਂ ਨੇ। ਹੁਣ ਬਹੁਤ ਸਾਰੇ ਕੁਐਸਚਨ ਇਹ ਪੁੱਛਦੇ ਆ ਕਿ ਦੋ ਦਵਾਈਆਂ ਨੂੰ ਮਿਕਸ ਕਰਕੇ ਲਗਾਇਆ ਜਾ ਸਕਦਾ? ਦੇਖੋ ਇਹ ਅੱਛਾ ਕੁਐਸਚਨ ਹੈਗਾ ਔਰ ਇਹਦੇ ਉੱਤੇ ਕੋਈ ਵੀ ਪੁਸ਼ਤਾ ਰਿਸਰਚ ਨਹੀਂ ਹੈ, ਲੇਕਿਨ ਮੈਨੂੰ ਪਤਾ ਵੀ ਜਿਹੜੀ ਫਾਈਜ਼ਰ ਔਰ ਮੋਡਰਨਾ ਸੇਮ ਟੈਕਨੋਲੋਜੀ ਹੈਗੀ, ਸੇਮ ਟੈਕਨੋਲੋਜੀ ਹੈਗੀ ਆ। ਸੋ ਬਾਈ ਚਾਂਸ ਅਗਰ ਉੱਥੇ ਸਮਝੋ ਫਾਈਜ਼ਰ ਲੱਗੀ ਆ ਔਰ ਫਾਈਜ਼ਰ ਨਹੀਂ ਮਿਲ ਰਹੀ, ਸੈਕੰਡ ਡੋਜ਼ ਵੀ ਲਾਇਆ ਜਾ ਸਕਦਾ। ਜਿਹੜਾ ਫਸਟ ਡੋਜ਼ ਹੁੰਦਾ ਨਾ ਉਹ ਇਮਿਊਨ ਸਿਸਟਮ ਨੂੰ ਪ੍ਰਾਈਮ ਕਰਦਾ ਵੀ ਅਸੀਂ ਐਂਟੀਬਾਡੀ ਬਣਾਈ ਹੈ। ਜਿਹੜਾ ਸੈਕੰਡ ਡੋਜ਼ ਉਹ ਮੈਮਰੀ ਦਿੰਦਾ, ਜਿਹੜੀ ਮੈਮਰੀ ਹੈ ਨਾ ਉਹਦੇ ਨਾਲ ਐਂਟੀਬਾਡੀ ਬੂਸਟ ਕਰਕੇ ਜ਼ਿਆਦਾ ਆਉਂਦੀ ਹੈ। ਜਿੱਦਾਂ ਸਮਝੋ ਤੁਸੀਂ ਇੱਕ ਕੰਟਰੀ ਦੇ ਮਾਲਿਕ ਹੋ, ਹੈ ਨਾ, ਤੁਹਾਡਾ ਨੇਬਰ ਆ, ਤੁਹਾਨੂੰ ਚੇਤਾ ਨਹੀਂ ਸੀ ਵੀ ਉਹਨੇ ਤੁਹਾਡੇ ਉੱਤੇ ਹਮਲਾ ਕਰਨਾ, ਉਹਨੇ ਹਮਲਾ ਕੀਤਾ, ਤੁਸੀਂ ਆਰਮੀ ਉੱਥੇ ਮੋਬਿਲਾਈਜ਼ ਕਰੋਗੇ ਬਾਰਡਰ 'ਚ, ਹੈ ਨਾ। ਹੋਰ ਤੁਸੀਂ ਚੌਕੰਨੇ ਹੋਗੇ, ਨੈਕਸਟ ਟਾਈਮ ਮਾੜੀ ਜਿਹੀ ਵੀ ਗੋਲੀ ਚੱਲਦੀ, ਤੁਹਾਡੀ ਆਰਮੀ ਪਈ ਆ ਉੱਥੇ, ਤੁਸੀਂ ਫਟਾਫਟ ਉਹਨੂੰ ਫੜਦੇ ਹੋ। ਸੋ ਉਹਨੂੰ ਕਹਿੰਦੇ ਮੈਮਰੀ। ਤਾਂ ਹੀ ਤੁਸੀਂ ਜਿਹੜੀ ਪਹਿਲਾਂ ਵੀ ਜ਼ਿਕਰ ਕੀਤੀ ਆ, ਹੋ ਸਕਦਾ ਅਗਲੇ ਸਾਲ ਵੀ ਸਾਨੂੰ ਬੂਸਟਰ ਲਾਉਣਾ ਪਏ। ਇਸ ਸਾਲ ਪਤਾ ਨਹੀਂ, ਇਸ ਸਾਲ ਚਲੋ 2 ਡੋਜ਼ਸ ਅਸੀਂ ਲਾ ਲਈਆਂ, ਆਪਾਂ ਕਿਹਾ ਵੀ ਹਾਂ ਵੀ ਬੱਲੇ ਬੱਲੇ 95% ਅਸੀਂ ਪ੍ਰੋਟੈਕਟਡ ਹੈ। ਕਦੋਂ ਐਂਟੀਬਾਡੀਜ਼ ਲਾਸਟ ਕਰਨਗੀਆਂ ਪਤਾ ਨਹੀਂ। ਸੋ ਫਾਰ ਟ੍ਰਾਇਲ 'ਚ ਜਿਹੜੇ ਲੋਕੀ ਗਏ ਆ ਮੋਡਰਨਾ ਤੇ ਫਾਈਜ਼ਰ ਤੇ ਆਕਸਫੋਰਡ ਦੇ, ਉਹਨਾਂ ਦੇ ਵਿੱਚ ਐਂਟੀਬਾਡੀਜ਼ ਲੈਵਲ ਹੈਗੇ ਆ 6 ਬਾਅਦ ਵੀ, 8 ਮਹੀਨੇ ਬਾਅਦ ਵੀ। ਲੇਕਿਨ ਕਿਉਂਕਿ ਵਾਇਰਸ ਦੇ ਨਾਲ ਵਾਹ ਸਾਡੇ ਸਾਲ ਦਾ ਪਿਆ ਔਰ 8-9 ਮਹੀਨੇ 'ਚ ਵੈਕਸੀਨ ਡਿਵੈਲਪ ਹੋਈ ਹੈ, ਇਸ ਲਈ ਸਾਡੇ ਕੋਲ ਲੌਂਗ ਟਰਮ ਡੇਟਾ ਨਹੀਂ ਆ। ਸੋ ਅਸੀਂ ਪ੍ਰਿਡਿਕਟ ਕਰਦੇ ਹਾਂ ਸ਼ਾਇਦ ਸਾਨੂੰ ਜਿੱਦਾਂ ਫਲੂ ਸ਼ਾਟ ਲਾਉਂਦੇ ਆ, ਮੇਬੀ ਸ਼ਾਟ ਵੀ ਲਾਉਣਾ ਪਵੇ। ਬਿਲਕੁਲ। ਤੇ ਨਾਲ ਨਾਲ ਹੁਣ ਅਸੀਂ ਸਾਰੇ ਕੌਨਫੀਡੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੇ ਵਿੱਚ ਵੀ, ਆਪਦੇ ਆਪ 'ਚ ਵੀ, ਕਿ ਇਹ ਸੇਫ ਹੈਗੀਆਂ ਨੇ, ਕਿਉਂਕਿ ਬਹੁਤ ਸਾਰੀਆਂ ਅਸੀਂ ਅਫਵਾਹਾਂ ਵੀ ਸੁਣੀਆਂ ਹੈਗੀਆਂ ਨੇ ਕਿ ਇਹਦੇ ਨਾਲ ਤੁਹਾਡਾ DNA ਚੇਂਜ ਹੋ ਜਾਣਾ ਆ, ਤੁਹਾਡੇ ਅੰਦਰ ਇਹਦੇ ਵਿੱਚ ਪੋਰਕ ਹੈਗਾ ਆ ਜਾਂ ਇਹਦੇ ਵਿੱਚ ਕੋਈ ਐਨੀਮਲ ਦਾ ਪਾਰਟ ਹੈਗਾ ਆ। ਪਰ ਨਾ ਫਿਰ ਵੀ ਅੱਜ ਇੱਕ ਸਟੱਡੀ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਕੁਆਰਟਰ ਕੈਨੇਡੀਅਨ ਹੈਗੇ ਨੇ ਜਿਹੜੇ, ਉਹ ਕਹਿ ਰਹੇ ਨੇ ਕਿ ਅਸੀਂ ਇਹ ਵੈਕਸੀਨ ਨਹੀਂ ਲਗਵਾਉਣੀ। ਇਹ ਜੇ ਹੁਣ ਲੋਕ ਜਿਹੜੇ ਸਟੱਡੀ ਦੇ ਮੁਤਾਬਿਕ ਕਹੇ ਜਾ ਰਹੇ ਨੇ, ਜਿਹੜੇ ਕਹਿੰਦੇ ਕਿ ਅਸੀਂ ਵੈਕਸੀਨ ਬਿਲਕੁਲ ਵੀ ਨਹੀਂ ਲਗਵਾਉਣੀ, ਉਹਦਾ ਅੱਗੇ ਚੱਲ ਕੇ ਕੀ ਅਸਰ ਹੋ ਸਕਦਾ? ਦੇਖੋ ਦੂਜੇ ਪਾਸੇ ਅਗਰ ਆਪਾਂ ਕੁਆਰਟਰ ਗਈਏ ਤਾਂ ਦੂਜੇ ਪਾਸੇ ਹੈਗਾ 75%। ਸੋ 75% ਲੋਕ ਕਹਿੰਦੇ ਅਸੀਂ ਲਾਉਣੀ ਆ, ਹਨਾ। ਇਹ ਨੰਬਰ 69% ਹੁੰਦਾ ਸੀ 2 ਹਫ਼ਤੇ ਪਹਿਲਾਂ। ਸੋ ਹੁਣ 75% ਤੇ ਰਾਈਜ਼ ਹੋਇਆ ਤੇ ਉਹ ਰਾਈਜ਼ ਹੋਏਗਾ। ਜਿਹੜੇ ਨਾ ਹਾਰਡ ਕੋਰ ਐਂਟੀ ਵੈਕਸੀਨੇਟਰ ਹੈਗੇ ਵੀ, ਜਿਹੜੇ ਬਿਲਕੁਲ ਵੈਕਸੀਨ ਦੇ ਖਿਲਾਫ ਆ, ਉਹ 2 ਤੋਂ 3% ਹੈ ਜਨਤਾ। ਵਿੱਚ ਵਿਚਾਲੇ ਵਾਲੇ ਆ ਉਹ ਥੋੜੇ ਡਰੇ ਹੋਏ ਆ, ਕੋਈ ਧਾਰਮਿਕ ਬਿਲੀਵ ਦੇ ਨਾਲ ਉਹਨਾਂ ਦੀ ਵਰੀ ਆ, ਕੋਈ ਜਿੱਦਾਂ ਤੁਸੀਂ ਦੱਸਿਆ ਸੀ ਵੀ ਮੇਰਾ DNA ਚੇਂਜ ਨਾ ਹੋ ਜਾਏ, ਕੋਈ ਮਤਲਬ ਪੋਰਕ ਜਾਂ ਬੀਫ ਦਾ ਵਿੱਚ ਪੀਸ ਨਾ ਹੋਵੇ, ਕੁਛ ਹੋਰ ਦਾ। ਜਿਹੜੀ ਫਾਈਜ਼ਰ ਔਰ ਮੋਡਰਨਾ, ਇਹਦੇ ਵਿੱਚ ਕੋਈ ਵੀ ਐਨੀਮਲ ਪ੍ਰੋਡਕਟ ਨਹੀਂ ਹੈਗਾ, ਨਾ ਇਹਦੇ ਵਿੱਚ ਪੋਰਕ ਹੈਗਾ ਸੂਅਰ ਦਾ, ਨਾ ਇਹਦੇ ਵਿੱਚ ਗਾਂ ਜਾਂ ਬੀਫ ਦਾ ਹੈਗਾ। ਜਿਹੜਾ ਇਹਦੇ ਵਿੱਚ ਮੈਸੇਂਜਰ RNA ਦਾ ਮਾਈਕਰੋ ਪਾਰਟੀਕਲ ਹੈਗਾ ਉਹ ਸਿੰਥੈਟਿਕ ਹੈਗਾ, ਕੋਈ ਲਾਈਵ ਚੀਜ਼ ਨਹੀਂ ਹੈਗੀ। ਮਾੜਾ ਜਿਹਾ ਲੂਣ ਹੈ ਤੇ ਮਾੜੀ ਜਿਹੀ ਸ਼ੂਗਰ ਹੈ ਇਹਨੂੰ ਸਟੇਬਲਾਈਜ਼ ਕਰਨ ਵਾਸਤੇ। ਵਨ ਆਫ ਦ ਸੇਫੈਸਟ ਵੈਕਸੀਨ ਮੈਂ ਕਹੂੰਗਾ ਜਿਹੜੀ ਮੈਨੂਫੈਕਚਰ ਹੋਈ ਆ ਮਾਡਰਨ ਟੈਕਨੋਲੋਜੀ ਦੇ ਨਾਲ। ਜਿਹੜੀ ਆਕਸਫੋਰਡ ਵਾਲੀ ਆ ਉਹਨੂੰ ਵੀ ਆਉਣ ਵਾਲੇ 1-2 ਹਫ਼ਤੇ 'ਚ ਹੈਲਥ ਕੈਨੇਡਾ ਮੇਰੇ ਖਿਆਲ ਨਾਲ ਉਹਨੂੰ ਪਰਮਿਸ਼ਨ ਦੇ ਦਊਗੀ, ਕਿਉਂਕਿ UK 'ਚ, ਇੰਡੀਆ, ਮੈਕਸੀਕੋ ਇਤਿਆਦਿ ਕੰਟਰੀ 'ਚ ਆਲਰੇਡੀ ਲੱਗਣੀਆਂ ਸ਼ੁਰੂ ਹੋ ਗਈਆਂ। ਉਹ ਹੈਗੀ ਹੈ ਇੱਕ ਹੋਰ ਵਾਇਰਸ ਹੁੰਦਾ ਐਡੀਨੋ ਵਾਇਰਸ, ਉਹਨੂੰ ਜੈਨੇਟਿਕਲੀ ਇੰਜੀਨੀਅਰ ਕਰਕੇ ਉਹਦੇ ਤੋਂ ਸਪਾਈਕ ਪ੍ਰੋਟੀਨ ਦੇ ਅਗੇਂਸਟ ਐਂਟੀਬਾਡੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ।
ਉਹਦੇ ਵਿੱਚ ਵੀ ਕੋਈ ਵੀ ਇਹੋ ਜਿਹੀ ਕੋਈ ਪ੍ਰੀਜ਼ਰਵੇਟਿਵ, ਮਰਕੂਰੀ, ਥਾਇਓਮਰਸਾਲ, ਪੋਰਕ, ਬੀਫ ਜਾਂ ਹੋਰ ਕੋਈ ਚੀਜ਼ ਨੇ ਜਿਹਦੇ ਨਾਲ ਸਾਡਾ DNA ਜਾਂ ਸਾਡਾ ਧਰਮ ਭ੍ਰਸ਼ਟ ਹੋ ਜਾਣਾ। ਹੁਣ ਦੇਖੋ ਜਿਹੜੀ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਜਿਹੜੀ ਆਣੀ ਆ, ਇਹ ਆਣੀ ਆ ਫਰਵਰੀ 'ਚ। ਪਹਿਲੋਂ ਅਮਰੀਕਾ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਪੁਸ਼ਟੀ ਦੀ ਹੋਏਗੀ, ਫਿਰ ਕੈਨੇਡਾ ਵੀ ਇਹਨੂੰ ਰਿਵਿਊ ਕਰ ਰਿਹਾ, ਸ਼ਾਇਦ ਸਾਨੂੰ ਪਰਮਿਸ਼ਨ ਮਿਲ ਜਾਏ ਫਰਵਰੀ 'ਚ। ਇਹਦੀ ਐਡਵਾਂਟੇਜ ਅਰਸ਼ ਜੀ ਇਹ ਆ ਵੀ ਅੱਗੇ ਆਕਸਫੋਰਡ ਵਾਂਗਰ ਇਹ ਫ੍ਰਿਜ 'ਚ ਰੱਖੀ ਜਾ ਸਕਦੀ ਹੈ ਜੀ। ਇੱਕ ਡੋਜ਼, ਇਹਦੇ 2 ਡੋਜ਼ ਦੀ ਲੋੜ ਨਹੀਂ, ਇੱਕ ਡੋਜ਼ ਦੇ ਨਾਲ ਕੰਮ ਹੋ ਜਾਣਾ। ਸੋ ਆਉਣ ਵਾਲੇ ਟਾਈਮ 'ਚ ਹੋਰ ਵੈਕਸੀਨ ਆਉਣਗੀਆਂ ਜਿਹੜੀਆਂ ਮਤਲਬ ਬੈਟਰ ਸਟੋਰੇਜ ਹੋਣਗੀਆਂ, ਇੱਕ ਡੋਜ਼ ਦੇ ਨਾਲ ਵੀ ਕੰਮ। ਦੇਖੋ ਆਈਡਲ ਵੈਕਸੀਨ ਇਹ ਆ ਵੀ ਜਿਹੜੀ ਸਸਤੀ ਆ, ਇੱਕ ਡੋਜ਼ ਤੇ ਕੰਮ ਕਰੇ, ਉਹਨੂੰ ਸਟੋਰੇਜ ਦੀ ਪ੍ਰੋਬਲਮ ਨਹੀਂ ਆ, ਉਹਨੂੰ ਡਿਲੀਵਰੀ ਬਹੁਤ ਈਜ਼ੀਲੀ ਕਰ ਸਕੀਏ ਔਰ ਜਿਹੜੀ ਮਤਲਬ ਵੀ ਅਫੋਰਡ ਵੀ ਕਰ ਸਕਣ। ਹੁਣ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਭਾਰਤ ਜਿਹੜਾ ਹੈਗਾ ਬਾਇਓਟੈਕ ਜਿਨ੍ਹਾਂ ਨੇ ਡਿਵੈਲਪ ਕੀਤੀ ਆ, ਉਹਨਾਂ ਦਾ ਕਲੇਮ ਹੈਗਾ ਵੀ ਬਹੁਤ ਸੇਫ ਹੈਗੀ ਆ। ਇਹ ਵੀ ਲਗਭਗ ਆਕਸਫੋਰਡ ਵਾਂਗਰ ਐਡੀਨੋ ਵਾਇਰਸ ਦੀ ਇੰਜੀਨੀਅਰਡ ਵੈਕਸੀਨ ਹੈਗੀ ਆ। ਸਾਈਡ ਇਫੈਕਟ ਪ੍ਰੋਫਾਈਲ ਉਹ ਦੱਸ ਰਹੇ ਵੀ ਬਹੁਤ ਵਧੀਆ ਨੇ, ਵੀ ਕੋਈ ਜ਼ਿਆਦਾ ਨਹੀਂ ਟਰਬਲ ਹੈਗੀ ਔਰ ਬਹੁਤ ਨੋਮੀਨਲ ਚਾਰਜ ਕਹੀਏ 250 ਰੁਪਏ ਦੀ ਮੇਰੇ ਖਿਆਲ ਨਾਲ ਹਿੰਦੁਸਤਾਨ ਦੇ ਵਿੱਚ ਮਿਲਦੀ ਆ। ਅਗਰ 250 ਰੁਪਏ ਕਹੀਏ ਤੇ $4-5 ਬਣਦੇ ਆ, ਰੁਪਏ ਤੇ $3 ਹੀ ਬਣਦੇ। ਸੋ ਦੇਖੋ ਅਫੋਰਡੇਬਿਲਿਟੀ ਚਾਹੀਦੀ ਆ, ਹਨਾ। ਅਫੋਰਡੇਬਿਲਿਟੀ ਤੋਂ ਬਗੈਰ ਗੱਲ ਨਹੀਂ ਚੱਲਦੀ। ਹਾਂ, ਕੈਨੇਡਾ ਦੇ ਵਿੱਚ ਗੁੱਡ ਨਿਊਜ਼ ਇਹ ਆ ਵੀ ਸਾਡੀ ਗਵਰਨਮੈਂਟ ਸਾਡੇ ਲਈ ਫ੍ਰੀ ਦੇ ਰਹੀ ਹੈ ਵੈਕਸੀਨ ਜੀ। ਉਹ ਇਹ ਡਰਨ ਦੀ ਲੋੜ ਨਹੀਂ ਹੈਗੀ। ਔਰ ਅਗਰ ਤੁਸੀਂ ਆਨਲਾਈਨ ਦੇਖ ਰਹੇ ਹੋ ਕਈ ਜਗ੍ਹਾ 'ਚ ਐਡਵਰਟਾਈਜ਼ ਹੈਗਾ ਵੀ ਤੁਸੀਂ ਇਹ ਫਾਰਮ ਭਰੋ, ਤੁਹਾਨੂੰ ਸ਼ਿਫਟ ਕੀਤੀ ਜਾਊਗੀ, $2 ਜਿਹੜਾ ਹੈਗਾ, ਉਹ ਸਭ ਚੀਟਿੰਗ ਵਾਲੀ ਡਿਪਾਰਟਮੈਂਟ ਹੈਗੇ ਜੋ ਉਹਨਾਂ ਦੇ ਵਿੱਚ ਭਰਮਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਜੀ। ਬਿਲਕੁਲ, ਬਹੁਤ ਸਾਰੇ ਲੋਕ ਹੁਣ ਕਹਿੰਦੇ ਆ ਕਿ ਇਹ ਤੋਂ ਪੈਸੇ ਕਮਾ ਲਈ ਜਾਣ, ਹੁਣ ਜਿਹੜੀ ਦਵਾਈ ਹੈ ਗਲਤ ਭੇਜੀ ਜਾਵੇ। ਸੋ ਜਿਹੜੀ ਤੁਹਾਨੂੰ ਤੁਹਾਡੀ ਕੰਟਰੀ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਪ੍ਰੋਵਿੰਸ ਦੇ ਵਿੱਚ ਰਹਿ ਰਹੇ ਹੋ, ਜੋ ਉਹਨਾਂ ਵੱਲੋਂ ਫੋਨ ਕਾਲ ਆਉਂਦੀ ਹੈ ਤਾਂ ਉਹੀ ਜਿਹੜੀ ਮੈਡੀਸਿਨ ਹੈ ਜਾਂ ਵੈਕਸੀਨ ਆ ਉਹ ਲਗਵਾਈ ਜਾਵੇ। ਸੋ ਡਾਕਟਰ ਪੁਰਜੀ, ਤੁਸੀਂ ਹਰ ਵਾਰ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਹੋ। ਅੱਜ ਕੀ ਮੈਸੇਜ ਹੈਗਾ ਆਡੀਅנס ਦੇ ਲਈ, ਵਿਊਅਰਸ ਦੇ ਲਈ? ਆਡੀਅנס ਦੇ ਲਈ, ਵਿਊਅਰ ਦੇ ਲਈ ਮੈਂ ਇਹੀ ਕਹਿਣਾ ਵੀ ਅਸੀਂ ਪਹਿਲਾਂ ਉਡੀਕ ਕਰ ਰਹੇ ਸੀ, ਹਨਾ, ਤੇ ਉਡੀਕ ਜਿਹੜੀ ਹੈਗੀ ਹੈ ਨਵੇਂ ਸਾਲ ਦੀ ਸਾਰਿਆਂ ਨੂੰ ਹੁੰਦੀ ਹੈ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਮੈਂ ਨਵੀਂ ਸ਼ੁਰੂਆਤ ਕਰਾਂ, ਹਨਾ। ਮੈਂ ਇੱਕ ਨਵਾਂ ਜਜ਼ਬਾ, ਨਵਾਂ ਜੋਸ਼ ਔਰ ਕਈ ਜਿਹੜੇ ਹੈਗੇ ਆ ਆਪਣੇ ਜਿਹੜੇ ਚੀਜ਼ਾਂ ਖਾਸ ਕਰਕੇ ਕਹਿੰਦਾ ਮੈਂ weight ਜਿਹੜਾ ਹੈਗਾ ਲੂਜ਼ ਕਰਨਾ, ਮੈਂ ਖਾਣਾ ਅੱਛਾ ਖਾਣਾ, ਮੈਂ ਤਰੱਕੀ ਕਰਨੀ ਹੈ ਪੜ੍ਹਾਈ 'ਚ, ਮੈਂ ਕਮਾਈ ਜ਼ਿਆਦਾ ਕਰਨੀ ਹੈ। ਸੋ ਜਿਹੜੇ ਹੈਗੇ ਆ ਉਹ ਆਪਣੇ ਕੋਈ ਨਾ ਕੋਈ ਜਿਹੜਾ ਹੈਗਾ ਨਵਾਂ ਰੈਜ਼ੋਲੂਸ਼ਨ ਰੱਖਦੇ ਆ। ਦੁਖਾਂਤ ਵਾਲੀ ਗੱਲ ਇਹ ਹੈਗੀ ਆ ਵੀ 85% ਰੈਜ਼ੋਲੂਸ਼ਨ ਬਾਈ ਐਂਡ ਆਫ ਫੈਬਰੂਅਰੀ ਖਾਰਜ ਹੋ ਜਾਂਦੇ ਬਿਲਕੁਲ 6 ਹਫ਼ਤੇ 'ਚ, ਕਿਉਂਕਿ ਉਹਦੇ ਵਿੱਚ ਨਾ ਇਮੋਸ਼ਨਲ ਕੰਪੋਨੈਂਟ ਜ਼ਿਆਦਾ ਹੁੰਦਾ, ਬਾਕੀ ਕ੍ਰਿਟੀਕਲ ਥਿੰਕਿੰਗ ਨਹੀਂ ਹੁੰਦੀ। ਸੋ ਦੇਖੋ ਜਿਹੜਾ ਇਹ ਗ੍ਰੈਗੋਰੀਅਨ ਕੈਲੰਡਰ ਦੇ ਹਿਸਾਬ ਦੇ ਨਾਲ ਅਸੀਂ ਦਸੰਬਰ 31 ਤੋਂ ਜਨਵਰੀ 1 ਤੇ ਗਏ ਆ, ਹਨਾ। ਬਾਕੀ ਧਰਤੀ ਤਾਂ 4.5 ਬਿਲੀਅਨ ਸਾਲ ਪੁਰਾਣੀ ਆ। ਇਹ ਗ੍ਰੈਗੋਰੀਅਨ ਕੈਲੰਡਰ ਪਿਛਲੇ ਕਰੀਬਨ 2000 ਸਾਲ ਤੋਂ ਹੈਗਾ, 3000 ਉਹ ਤੋਂ ਪਹਿਲਾਂ ਬਿਕਰਮੀ ਕੈਲੰਡਰ ਜਿਹੜਾ ਅਸੀਂ ਕਰਦਾ, ਨਾਨਕਸ਼ਾਹੀ ਕੈਲੰਡਰ ਹੈ, ਖਾਲਸਾ ਕੈਲੰਡਰ ਹੈ, ਇਹ ਸਾਰੇ ਸਾਨੂੰ ਇੱਕ ਰੈਫਰੈਂਸ ਪੁਆਇੰਟ ਆ। ਬਾਕੀ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਦਸੰਬਰ 1 ਸੀ ਜਾਂ ਜਨਵਰੀ 1 ਸੀ, ਇੱਕ ਸਾਡੇ। ਸੋ ਆਪਾਂ ਜਿਹੜੀ ਹੈਗੀ ਆ ਵੀ ਆਪਾਂ ਜਿਹੜੀ ਹੈਗੀ ਆ, ਇੱਕ ਤੇ ਹੁੰਦੀ ਆ ਵੀ ਉਡੀਕ ਜੀ, ਇੱਕ ਹੁੰਦੀ ਆ ਤਿਆਰੀ। ਤਿਆਰੀ ਤੁਹਾਨੂੰ ਆਪ ਕਰਨੀ ਪੈਣੀ, ਕਿਸੇ ਹੋਰ ਨੇ ਨਹੀਂ ਕਰਨੀ ਤੁਹਾਡੀ ਆ ਕੇ। ਸਗੋਂ ਆਪਣ ਹੱਥੀ ਆਪਣਾ ਆਪੇ ਹੀ ਕਾਸ ਸਵਾਰੀ ਹੈ, ਹਨਾ। ਵੀ ਦਸੰਬਰ 31 ਤੋਂ 1 ਹੋ ਗਿਆ ਇਹਦਾ ਮਤਲਬ ਇਹ ਨਹੀਂ ਬਾਹਰੋਂ ਕਿਸੇ ਫਰਿਸ਼ਤੇ ਨੇ ਆ ਕੇ ਤੁਹਾਡਾ ਕੋਈ ਕਾਰਜ ਕਰਨਾ, ਕਾਰਜ ਤਾਂ ਤੁਹਾਨੂੰ ਹੀ ਪੂਰੇ ਕਰਨੇ ਪੈਣੇ, ਹਨਾ। ਕਾਰਜ ਵਿੱਚ ਇਹ ਆ ਵੀ ਆਪਣਾ ਸਰੀਰ ਜਿਹੜਾ ਹੈਗਾ ਅਰੋਗੀ ਰੱਖੋ, ਅੱਛਾ ਖਾਣਾ ਖਾਓ, 7 ਘੰਟੇ ਸੋ, 1 ਘੰਟਾ ਐਕਸਰਸਾਈਜ਼ ਕਰੋ, ਕੋਵਿਡ ਦੇ ਜਿਹੜੇ ਪ੍ਰੋਟੋਕੋਲ ਗਾਈਡਲਾਈਨ ਫੋਲੋ ਕਰੋ, ਵੈਕਸੀਨੇਸ਼ਨ ਲਵਾਓ। ਜਿਹੜਾ ਮਨ ਆ, ਬਾਣੀ ਕਹਿੰਦੀ ਮਨ ਨੀਵਾ ਮਤ ਉੱਚੀ, ਮਨ ਹਮੇਸ਼ਾ ਨੀਵਾ ਰੱਖੋ, ਮਤ ਉੱਚੀ ਰੱਖੋ ਔਰ ਅੰਦਰ ਜਿਹੜਾ ਹੈਗਾ ਆਪਣੇ ਆਨੰਦ ਦੀ ਜਿਹੜੀ ਪਰਿਭਾਸ਼ਾ ਜਿਹੜੀ ਹੈਗੀ ਆ ਉਹ ਜ਼ਿਆਦਾ ਉਜਾਗਰ ਕਰੋ। ਤੁਸੀਂ ਦੇਖੋ ਕੋਈ ਬੱਚੇ ਨੂੰ ਦੇਖੋ, ਕਦੀ ਮੈਂ ਬੱਚਾ ਦੁਖੀ ਨਹੀਂ ਦੇਖਦਾ, ਉਹ ਉੱਥੇ ਜੰਪ ਕਰਕੇ ਚਲਾ ਜਾਂਦਾ, ਲਿਬੜਿਆ ਹੁੰਦਾ, ਹੱਸਦਾ ਖੇਡਦਾ, ਔਰ ਬੱਚੇ ਨੂੰ ਇਹ ਵੀ ਨਹੀਂ ਪਤਾ ਵੀ ਅੱਜ ਜਨਵਰੀ 5 ਜਾਂ 6 ਜਾਂ 7 ਆ, ਵੀ ਨਵਾਂ ਸਾਲ ਜਾਂ ਪੁਰਾਣਾ ਸਾਲ ਹੈ, ਹਨਾ। ਸੋ ਆਪਾਂ ਆਪਣਾ ਜਿਹੜਾ ਹੈਗਾ ਨਾ ਬਚਪਨ ਉਹਨੂੰ ਨਾ ਖੋਈਏ ਔਰ ਜਿਹੜਾ ਨਾ ਸੱਤ ਚਿੱਤ ਔਰ ਆਨੰਦ, ਇਹ ਤੁਹਾਡੇ ਵਿੱਚ ਤਿੰਨੋਂ ਚੀਜ਼ਾਂ ਔਰ ਇਹੀ ਦੇਵੀ ਗੁਣ ਆ, ਇਹੀ ਪਰਮਾਤਮਾ ਦੇ 3 ਡਾਇਮੈਂਸ਼ਨ ਭਗਤਾਂ ਗੁਰੂਆਂ ਨੇ ਬ੍ਰਹਮ ਗਿਆਨੀਆਂ ਨੇ ਲੱਭਿਆ। ਚੌਥਾ ਡਾਇਮੈਂਸ਼ਨ ਹੈਗਾ ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ, ਕਿਉਂਕਿ ਮਹਾਰਾਜ ਕਹਿੰਦੇ ਜਿਹੋ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਏ ਜਾ ਸਕਦਾ, ਉਹ ਲਿਖਿਆ ਨਹੀਂ ਜਾ ਸਕਦਾ, ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਸੋ 7 ਦੇ ਨਾਲ ਜੁੜੋ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ। ਆਤਮਿਕ ਤੌਰ ਦੇ ਉੱਤੇ ਜਿਹੜੀ ਹੈਗੀ ਆਪਣੀ ਚੇਤਨਾ ਪਰਮਾਤਮਾ ਦੇ ਨਾਲ ਰੱਖੋ
ਆਨੰਦ ਜਿਹੜਾ ਹੈਗਾ ਤੁਹਾਡੇ ਵਿੱਚ ਹਮੇਸ਼ਾ ਹੈਗਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸ਼ਬਦ ਗੁਰੂ ਦੇ ਨਾਲ ਮੇਲ ਮਿਲਾਪ ਦੇ ਨਾਲ ਆਨੰਦ ਮਿਲੇਗਾ। ਤੁਸੀਂ ਸਾਰੇ ਮੇਰੇ ਆਪਣੇ ਟੱਬਰ ਵਰਗੇ, ਮੇਰੇ ਭੈਣ ਭਰਾ ਹੋ ਗਏ ਹੋ। ਖੁਸ਼ ਰਹੋ, ਆਬਾਦ ਰਹੋ। ਨਵਾਂ ਸਾਲ ਮੁਬਾਰਕ। ਫਿਰ ਮਿਲਾਂਗੇ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ ਜਿੱਦਾਂ ਡਾਕਟਰ ਪੁਰਜੀ ਨੇ ਕਿਹਾ ਹੈ ਕਿ ਖੁਸ਼ੀਆਂ ਬੀਜੋ, ਹਾਸੇ ਆਪਣੇ ਆਪ ਹੀ ਉੱਗਣਗੇ। ਸਾਨੂੰ ਹੁਣ ਖੁਸ਼ੀਆਂ ਦੇ ਨਾਲ ਇਸ ਸਾਲ ਦਾ ਸਵਾਗਤ ਕਰਨ ਦੀ ਜ਼ਰੂਰਤ ਹੈ, ਪਰ ਨਾਲ-ਨਾਲ ਗਾਈਡਲਾਈਨਸ ਵੀ ਫੋਲੋ ਕਰਨ ਦੀ ਜ਼ਰੂਰਤ ਹੈਗੀ ਹੈ। ਜਿਸ ਤਰ੍ਹਾਂ ਹੀ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਨਾ ਬੁਲਾਓ, ਸਿਰਫ ਇਮੀਡੀਏਟ ਫੈਮਿਲੀ ਦੇ ਨਾਲ ਰਹੋ, ਸਾਨੂੰ ਉਸ ਤਰ੍ਹਾਂ ਹੀ ਫੋਲੋ ਕਰਨੀ ਚਾਹੀਦੀ ਹੈ। ਤੇ ਨਾਲ-ਨਾਲ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ 2021 ਦੇ ਅੰਤ ਤੱਕ ਅਸੀਂ ਕੋਵਿਡ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਦੇਖਾਂਗੇ, ਪਰ ਉਹਦੇ ਲਈ ਸਾਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਇਸ ਤਰ੍ਹਾਂ ਹੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।